ਗੁਰੂ ਸਾਹਿਬ ਰਹਿਮਤ ਕਰਨ। ਸੋ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਨ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਧਰੂ ਘਰੋਂ ਨਿਕਲੇ ਨੇ, ਘਰ ਛੱਡ ਕੇ, ਸ਼ਹਿਰ ਛੱਡ ਕੇ, ਮਧੂਬਨ ਜੰਗਲ ਦੇ ਵਿੱਚ ਭਗਤੀ ਕਰਨ ਵਾਸਤੇ, ਪਰਮੇਸ਼ਰ ਦੀ ਇਬਾਦਤ ਕਰਨ ਵਾਸਤੇ। ਉਧਰੋਂ ਨਾਰਦ ਨੂੰ ਪਤਾ ਚੱਲਿਆ, ਰਸਤੇ ਵਿੱਚ ਮੇਲ ਹੋਇਆ, ਸਮਝਾਉਣਾ ਕੀਤਾ। ਨਾਰਦ ਨੇ ਕਿਹਾ ਕਿ ਅਜੇ ਧਰੂ ਨੂੰ ਕਹਿਣ ਲੱਗੇ ਤੇਰੀ ਉਮਰ ਬਹੁਤ ਛੋਟੀ ਹੈ, ਬਚਪਨ ਹੈ, ਬਾਲ ਹੈ, ਇਹਦੇ ਵਿੱਚ ਖੇਡ ਪਿਆਰੀ ਲੱਗਦੀ ਹੈ, ਖਾਣ ਪੀਣ ਚੰਗਾ ਲੱਗਦਾ, ਇਹ ਤੇਰੀ ਉਮਰ ਅਜੇ ਭਗਤੀ ਕਰਨ ਦੀ ਨਹੀਂ। ਘਰ ਵਾਪਸ ਚਲੇ ਜਾਓ, ਘਰ ਜੋ ਕਿ ਜਿੰਨਾ ਸੁੱਖ ਮਿਲਦਾ ਉਹਨੂੰ ਮਾਣੋ। ਜਦੋਂ ਜਵਾਨ ਹੋਵੋਗੇ ਫਿਰ ਭਗਤੀ ਦੀ ਇੱਛਾ ਮਨ ਵਿੱਚ ਲੈ ਕੇ ਤੁਸੀਂ ਆ ਕੇ ਜੰਗਲ ਵਿੱਚ ਭਗਤੀ ਕਰਨੀ। ਪਰ ਧਰੂ ਕਹਿਣ ਲੱਗੇ ਕਿ ਨਹੀਂ, ਮਾਂ ਦੇ ਕਠੋਰ ਬੋਲਾਂ ਨੇ ਮੇਰਾ ਹਿਰਦਾ ਜਿਹੜਾ ਵਿੰਨ ਦਿੱਤਾ ਹੈ। ਮੈਂ ਉਸ ਪਰਮੇਸ਼ਰ ਦੀ ਇਬਾਦਤ ਜ਼ਰੂਰ ਕਰਾਂਗਾ। ਮਨ ਬਣਾ ਕੇ ਘਰੋਂ ਤੁਰਿਆ, ਹੁਣ ਮੈਂ ਪਿੱਛੇ ਵਾਪਸ ਨਹੀਂ ਮੁੜਾਂਗਾ। ਤੇ ਜਦੋਂ ਹੁਣ ਦ੍ਰਿੜਤਾ ਵੇਖੀ ਹੈ ਧਰੂ ਜੀ ਦੀ, ਤੇ ਨਾਰਦ ਜੀ ਕਹਿਣ ਲੱਗੇ ਕਿ ਠੀਕ ਹੈ, ਮੈਂ ਵੀ ਧਰੂ ਤੈਨੂੰ ਪਰਖ ਰਿਹਾ ਸੀ, ਤੇਰੇ ਤੇ ਦ੍ਰਿੜਤਾ ਵੇਖ ਕੇ ਬੜਾ ਮਨ ਪ੍ਰਸੰਨ ਹੋਇਆ। ਮੈਂ ਤੈਨੂੰ ਗੁਪਤ ਮੰਤਰ ਦੱਸਦਾ, ਮਨ ਦਾ ਟਿਕਾ ਬਣਾ ਕੇ ਸੁਰਤ ਨੂੰ ਉਸ ਪਰਮੇਸ਼ਰ ਦੇ ਨਾਲ ਜੋੜ ਕੇ ਉਹਦਾ ਸਰੂਪ ਹਿਰਦੇ ਵਿੱਚ ਧਿਆਨ ਉਹਦਾ ਧਰ ਕੇ ਜਿਹੜਾ ਹੈ ਤੂੰ ਉਹਦੀ ਇਬਾਦਤ ਕਰਨੀ ਹੈ, ਭਗਤੀ ਵਿੱਚ ਜੁੜਨਾ ਹੈ, ਸਿਮਰਨ ਕਰਨਾ ਹੈ, ਗੁਪਤ ਮੰਤਰ ਦਾ ਜਾਪ ਕਰਨਾ ਹੈ। ਤੈਨੂੰ ਉਹਦੇ ਦਰਸ਼ਨ ਪ੍ਰਾਪਤ ਹੋਣਗੇ, ਜੋ ਮਨ ਵਿੱਚ ਇੱਛਾ ਲੈ ਕੇ ਆਇਆ ਜ਼ਰੂਰ ਤੇਰੀ ਪੂਰੀ ਹੋਵੇਗੀ। ਇਸ ਤਰ੍ਹਾਂ ਦੇ ਨਾਲ ਸਮਝਾ ਕੇ ਧਰੂ ਨੂੰ ਭਗਤੀ ਵੱਲ ਪ੍ਰੇਰ ਕਰਕੇ ਭੇਜਿਆ। ਉਧਰ ਉਤਾਨਪਦ ਰਾਜਾ ਜਿਹੜੇ ਧਰੂ ਦਾ ਪਿਤਾ ਸੀ ਉਹਦੇ ਕੋਲ ਪਹੁੰਚੇ, ਉਹਨੂੰ ਵੀ ਜਾ ਕੇ ਹੌਸਲਾ ਦਿੱਤਾ ਕਿ ਨਿਰਾਸ਼ ਹੋਣ ਦੀ ਲੋੜ ਨਹੀਂ। ਕੁਝ ਸਮੇਂ ਬਾਅਦ ਭਗਤੀ ਕਰਕੇ ਧਰੂ ਨੇ, ਤੇਰੇ ਪੁੱਤਰ ਨੇ ਤੇਰੇ ਕੋਲ ਆ ਜਾਣਾ ਹੈ, ਕੁੱਲ ਦਾ ਨਾਮ ਰੋਸ਼ਨ ਕਰੇਗਾ, ਸੰਸਾਰ ਦੇ ਅੰਦਰ ਐਸੀ ਪਦਵੀ ਉਹ ਪ੍ਰਾਪਤ ਕਰੇਗਾ। ਸੋ ਇਸ ਪ੍ਰਕਾਰ ਦੇ ਨਾਲ ਉਤਾਨਪਦ ਰਾਜੇ ਨੂੰ ਵੀ ਸਮਝਾਇਆ ਹੈ। ਆਓ ਇੱਥੋਂ ਜਦੋਂ ਫਿਰ ਸਾਰਿਆਂ ਦੇ ਸਾਹ ਰੁਕਦੇ ਨੇ, ਜਦੋਂ ਸਾਹਾਂ ਦੀ ਗਤੀ ਦੇ ਉੱਤੇ ਜਿਹੜਾ ਹੈ ਧਰੂ ਜੀ ਨੇ ਯਤਨ ਦੇ ਨਾਲ ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, ਮਨ ਨੂੰ ਕਾਬੂ ਕਰ ਲਿਆ, ਔਰ ਸਾਹ ਟਿਕਾ ਕਰਕੇ ਉਸ ਪਰਮੇਸ਼ਰ ਦੇ ਵਿੱਚ ਸੁਰਤ ਜੁੜੀ ਹੈ। ਧਰਤੀ ਡਾਵਾਂ ਡੋਲ ਹੋਈ, ਸਾਹ ਰੁਕੇ ਨੇ। ਦੇਵਤੇ ਦੌੜ ਕਰਕੇ ਵਿਸ਼ਨੂੰ ਦੇ ਕੋਲ ਗਏ, ਕਹਿਣ ਲੱਗੇ ਕਿ ਇਹ ਸਾਹ ਕਿਉਂ ਰੁਕ ਰਹੇ ਨੇ। ਸਮਝਾਇਆ ਕਿ ਡਰੋ ਨਾ, ਇੱਕ ਬਾਲਕ ਛੋਟੀ ਅਵਸਥਾ ਦਾ ਮੇਰਾ ਭਗਤ ਹੈ, ਉਹ ਭਗਤੀ ਕਰਨ ਵਿੱਚ ਲੱਗਾ ਹੋਇਆ। ਹੁਣ ਮੈਂ ਉਹਦੇ ਕੋਲ ਚੱਲ ਕੇ ਜਾਵਾਂਗਾ ਤੇ ਸਾਰਿਆਂ ਦਾ ਸਾਹ ਸੌਖਾ ਹੋ ਜਾਵੇਗਾ, ਕੋਈ ਡਰਨ ਦੀ ਘਬਰਾਉਣ ਦੀ ਲੋੜ ਨਹੀਂ। ਕਿਵੇਂ ਗਰੁੜ ਤੇ ਸਵਾਰ ਹੋ ਕੇ ਧਰੂ ਜੀ ਦੇ ਕੋਲ ਵਿਸ਼ਨੂੰ ਜੀ ਪਹੁੰਚਦੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਬ ਸ਼੍ਰੀ ਹਰਿ ਕੀਏ ਅੰਤਰ ਧਿਆਨੀ। ਤੇ ਜਦੋਂ ਧਰੂ ਅੰਤਰ ਧਿਆਨ ਹੋ ਕੇ ਮਨ ਦੇ ਅੰਦਰ ਜਿਹੜੇ ਪੂਜਾ ਕਰ ਰਹੇ ਨੇ, ਆਰਾਧਨਾ ਕਰ ਰਹੇ ਨੇ, ਉਸ ਸਰੂਪ ਨੂੰ ਵਸਾ ਕਰਕੇ ਅੰਤਰ ਧਿਆਨ ਹੋਏ, ਸੁਰਤ ਜੋੜ ਕੇ ਭਗਤੀ ਕਰ ਰਹੇ ਨੇ। ਤੇ ਇਧਰੋਂ ਵਿਸ਼ਨੂੰ ਜੀ ਜਦੋਂ ਗਰੁੜ ਤੇ ਸਵਾਰ ਹੋ ਕੇ ਪਹੁੰਚੇ ਤੇ ਸੁਰਤ ਹੈ, ਅੰਤਰ ਧਿਆਨ ਹੋਏ, ਉਹ ਆਪਣਾ ਸਵਰੂਪ ਜਿਹੜਾ ਪਿੱਛੇ ਖਿੱਚਿਆ ਹੈ। ਤਬ ਪੰਕਜ ਸੇ ਨੈਣ ਖੁਲਾਨੇ। ਤੇ ਜਦੋਂ ਅੰਦਰੋਂ ਸਰੂਪ ਹਟਾ ਲਿਆ ਤੇ ਹੁਣ ਧਰੂ ਜੀ ਦੇ ਜਿਹੜੇ ਨੇਤਰ ਮੁੰਦੇ ਹੋਏ ਸਨ, ਨੇਤਰ ਬੰਦ ਕਰਕੇ ਉਹ ਭਗਤੀ ਕਰ ਰਹੇ ਸਨ, ਉਹ ਨੇਤਰ ਖੁੱਲੇ ਹਨ। ਸੋ ਸਰੂਪ ਟਿਗ ਬਾਹਿਰ ਦੇਖਾ। ਹੁਣ ਜਿਹੜਾ ਸਰੂਪ ਹਿਰਦੇ ਵਿੱਚ ਧਾਰਨ ਕਰਕੇ ਭਗਤੀ ਕਰ ਰਹੇ ਸਨ, ਉਹੀ ਸਰੂਪ ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਧਰਤੀ ਤੇ ਵੇਖਿਆ ਹੈ। ਪਰਿਓ ਦੰਡਵਤ
ਪ੍ਰੇਮ ਵਿਸ਼ੇਖਾ। ਤੇ ਬਹੁਤ ਹੀ ਪ੍ਰੇਮ ਵਿੱਚ ਭਿੱਜ ਕਰਕੇ ਹਿਰਦਾ ਪ੍ਰੇਮ ਨਾਲ ਭਰਿਆ। ਧਰੂ ਜੀ ਨੇ ਡੰਡਾਵਤ ਹੋ ਕੇ ਡੰਡੌਤ ਕੀਤੀ ਹੈ। ਪੁਨ ਲੋਚਨ ਪਰ ਰੂਪ ਨਿਹਾਰਾ। ਤੇ ਫਿਰ ਆਪਣੇ ਨੇਤਰਾਂ ਦੇ ਨਾਲ ਬਹੁਤ ਹੀ ਪ੍ਰੇਮ ਦੇ ਸਹਿਤ ਦਿਲ ਭਰ ਕੇ ਜਿਹੜਾ ਹੈ ਉਹ ਦੀਦਾਰ ਕਰਨ ਲੱਗੇ। ਚਹਿਤ ਅਲਿੰਗਨ ਸ਼੍ਰੀ ਕਰਤਾਰਾ। ਹੁਣ ਪਰਸਣਾ ਚਾਹੁੰਦੇ ਨੇ, ਛੂਹਣਾ ਚਾਹੁੰਦੇ ਨੇ ਵਿਸ਼ਨੂੰ ਜੀ ਨੂੰ। ਹੁਣ ਧਰੂ ਜੀ ਦਾ ਮਨ ਜਦੋਂ ਹਿਰਦਾ ਪ੍ਰੇਮ ਨਾਲ ਭਰ ਗਿਆ, ਸਾਖਸ਼ਾਤ ਸਾਹਮਣੇ ਵੇਖਿਆ, ਤੇ ਹੁਣ ਪਰਸਣਾ ਚਾਹੁੰਦੇ ਹਨ। ਉਸਤਤ ਕਰ ਨ ਸਕਤ ਮਤ ਥੋਰੀ। ਤੇ ਹੁਣ ਉਸਤਤ ਕਰਨ ਲਈ ਕੋਈ ਬਹੁਤੇ ਅਜੇ ਸ਼ਬਦ ਨਹੀਂ, ਛੋਟੀ ਅਵਸਥਾ ਹੈ, ਮਤ ਥੋੜੀ ਹੈ। ਇੱਛਾ ਅਧਿਕ ਰਹਿਓ ਕਰ ਜੋਰੀ। ਪਰ ਇੱਛਾ ਬਹੁਤ ਹੈ ਉਸਤਤ ਕਰਨ ਦੀ। ਮਨ ਦੇ ਅੰਦਰ ਬਹੁਤ ਇੱਛਾ ਹੈ ਕਿ ਸੋਹਣੇ ਸੋਹਣੇ ਸ਼ਬਦਾਂ ਦੇ ਵਿੱਚ ਮੈਂ ਉਸਤਤ ਕਰਾਂ। ਇਹ ਮਨ ਦੇ ਵਿੱਚ ਬਹੁਤ ਪ੍ਰਬਲ ਇੱਛਾ ਹੈ ਉਸਤਤ ਕਰਨ ਦੀ। ਸ਼੍ਰੀ ਹਰਿ ਜਾਨ ਗਏ ਉਰਤਾਹਾ। ਤੇ ਹੁਣ ਵਿਸ਼ਨੂੰ ਜੀ ਨੇ ਧਰੂ ਜੀ ਦੇ ਹਿਰਦੇ ਦੀ ਜਿਹੜੀ ਭਾਵਨਾ ਸੀ ਉਹਨੂੰ ਜਾਣ ਲਿਆ ਕਿ ਸ਼ਬਦ ਨਹੀਂ, ਉਸਤਤ ਕਰਨੀ ਚਾਹੁੰਦੇ ਨੇ, ਹਿਰਦਾ ਪ੍ਰੇਮ ਨਾਲ ਭਰਿਆ ਹੈ। ਇਸ ਅਵਸਥਾ ਨੂੰ ਜਾਣ ਲਿਆ ਹੈ। ਨਿਜ ਕਰ ਸੰਖ ਤਬੇ ਮੁਖ ਛੁਆਹਾ। ਹੁਣ ਹੱਥ ਵਿੱਚ ਸੰਖ ਸੀ ਵਿਸ਼ਨੂੰ ਜੀ ਦੇ, ਉਹ ਸੰਖ ਲੈ ਕੇ ਧਰੂ ਜੀ ਦੇ ਮੁਖ ਨੂੰ ਛੁਹਾਇਆ ਹੈ। ਤਤ ਛਿਨ ਉਜਲ ਮਤ ਹੋਏ ਆਈ। ਤਤ ਛਿਨ, ਉਹ ਸੰਖ ਦੇ ਛੁਹਾਉਂਦਿਆਂ ਹੀ ਉਸੇ ਵੇਲੇ ਜਿਹੜੀ ਮਤ ਉਜਲ ਹੋ ਗਈ, ਗਿਆਨ ਦੀ ਪ੍ਰਾਪਤੀ ਹੋ ਗਈ, ਗਿਆਨ ਹਿਰਦੇ ਵਿੱਚ ਹੋ ਗਿਆ। ਈਸ਼ਵਰ ਜੀਵ ਗਿਆਨ ਸਭ ਪਾਈ। ਤੇ ਈਸ਼ਵਰ ਉਹ ਅਕਾਲ ਪੁਰਖ ਪ੍ਰਮਾਤਮਾ ਆਪਣੀ ਜਿਹੜੀ ਜੀਵ ਆਤਮਾ ਹੈ, ਆਪੇ ਆਪ ਦਾ ਜਿਹੜਾ ਗਿਆਨ ਹੈ ਉਹ ਸੋਝੀ ਹੋ ਗਈ। ਵਰਣਨ ਕਰਨ ਲਗਾ ਗੁਣ ਰੂਰੇ। ਤੇ ਹੁਣ ਬੜੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਉਸਤਤ ਕਰਨ ਲੱਗੇ। ਬੜੇ ਬੜੇ ਸੋਹਣੇ ਸ਼ਬਦ ਜਿਹੜੇ ਨੇ ਉਹ ਪ੍ਰਭੂ ਦੇ ਉਸਤਤ ਦੇ ਵਿੱਚ ਜਿਹੜੇ ਹੈ ਉਹ ਵਰਤਨ ਲੱਗੇ, ਉਸਤਤ ਕਰਨ ਲੱਗੇ। ਭਗਤ ਪਾਓ ਉਰ ਰਿਓ ਸਪੂਰੇ। ਹੁਣ ਜਿਨ੍ਹਾਂ ਦੇ ਭਗਤ ਭਾਓ ਹਿਰਦਾ ਜਿਹੜਾ ਉਹ ਭਗਤੀ ਪ੍ਰੇਮਾ ਭਗਤੀ ਦੇ ਨਾਲ ਭਰਿਆ ਹੋਇਆ ਹੈ। ਬੰਦੋਂ ਪਦ ਅਰਬਿੰਦ ਬਹੋਰੀ। ਤੇ ਬੰਦੋ ਪਦ ਅਰਬਿੰਦ ਬਹੋਰੀ ਚਰਨਾਂ ਤੇ ਨਮਸਕਾਰ ਕਰਦੇ ਹਨ। ਕਰੁਣਾ ਅਸਮਤ ਭੀ ਮੋਰੀ। ਜਿਨ੍ਹਾਂ ਦੇ ਕਿਰਪਾ ਦੇ ਨਾਲ ਮੇਰੀ ਐਸੀ ਮਤ ਹੋਈ ਹੈ, ਉਜਵਲ ਮਤ ਹੋਈ ਹੈ, ਹਿਰਦੇ ਵਿੱਚ ਗਿਆਨ ਪ੍ਰਗਟ ਹੋਇਆ ਹੈ, ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਰਮਾ ਨਿਵਾਸ ਈਸ਼ ਭਗਵੰਤਾ। ਹੇ ਲక్ష్ਮੀ ਦੇ ਪਤੀ ਭਗਵਾਨ ਅੰਤਰਜਾਮੀ ਜੀਓ। ਅੰਤਰਜਾਮੀ ਸਰਬ ਅਨੰਤਾ। ਤੁਸੀਂ ਅੰਤਰਜਾਮੀ ਹੋ, ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਸਾਰਿਆਂ ਦੇ ਹਿਰਦਿਆਂ ਦੇ ਜਾਣਦੇ ਹੋ। ਜੜ ਜੰਗਮ ਮੈਂ ਵਿਆਪਕ ਸਾਰੇ। ਜਿਹੜੇ ਜੜ ਹਨ ਅਸਥੂਲ ਤੇ ਜਿਹੜੇ ਜੰਗਮ ਚੱਲਣ ਫਿਰਨ ਵਾਲੇ ਜੀਵ ਹਨ, ਉਹਨਾਂ ਦੇ ਬਾਬਤ ਸਾਰਾ ਕੁਝ ਜਾਣਦੇ ਹੋ। ਰਚੋ ਆਪ ਪੁਨ ਰਹੋ ਨਿਰਾਰੇ। ਇਹ ਸਾਰਿਆਂ ਦੇ ਵਿੱਚ ਆਪ ਵਰਤਦੇ ਹੋ, ਸਾਰਿਆਂ ਵਿੱਚ ਸਮਾਏ ਹੋ, ਚਾਹੇ ਉਹ ਜੜ ਰੂਪ ਹੈ, ਚਾਹੇ ਜੰਗਮ ਨੇ, ਚੱਲਣ ਫਿਰਨ ਵਾਲੇ ਨੇ, ਸਾਰਿਆਂ ਦੇ ਵਿੱਚ ਤੁਸੀਂ ਸਮਾਏ ਹੋ। ਆਪ ਪੁਨ ਰਹੋ ਨਿਰਾਰੇ, ਤੇ ਉਹਨਾਂ ਦੇ ਵਿੱਚ ਰਹਿੰਦਿਆਂ ਵੀ ਆਪ ਨਿਰਾਲੇ ਰਹਿੰਦੇ ਹੋ। ਉਹਨਾਂ ਦੇ ਵਿੱਚ ਰਹਿੰਦਿਆਂ ਵਰਤਦਿਆਂ ਹੋਇਆਂ ਵੀ ਨਿਰਾਰੇ ਹੋ ਕੇ ਰਹਿੰਦੇ ਹੋ। ਜੇ ਨਾ ਭਜੇ ਤਵ ਚਰਨ ਗੁਸਾਈ। ਹੇ ਗੁਸਾਈ ਪ੍ਰਿਥਵੀ ਦੇ ਮਾਲਕ, ਜੋ ਤੁਹਾਡੇ ਚਰਨਾਂ ਦੇ ਨਾਲ ਨਹੀਂ ਜੁੜਦੇ, ਜਿਹੜੇ ਤੁਹਾਡੇ ਭਜਨ ਬੰਦਗੀ ਨਹੀਂ ਕਰਦੇ, ਜਿਹੜੇ ਮਨੁੱਖ ਸਿਮਰਨ ਨਹੀਂ ਕਰਦੇ, ਜਾਏ ਨਰਕ ਮੈਂ ਸੰਕਟ ਪਾਈ। ਉਹ ਨਰਕਾਂ ਦੀ ਅੱਗ ਵਿੱਚ ਸੜਦੇ ਨੇ, ਉਹਨਾਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ, ਨਰਕਾਂ ਦੇ ਵਿੱਚ ਪੈ ਕੇ ਵੱਡਾ ਦੁੱਖ ਭੋਗਦੇ ਹਨ। ਜੇ ਚਰਨਾਰ ਬਿੰਦ ਰਸ ਪੀਨੇ। ਤੇ ਜਿਹੜੇ ਤੁਹਾਡੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੀ ਪ੍ਰੀਤ ਬਣੀ ਹੋਈ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਚਰਨਾਂ ਦਾ ਰਸ ਬਣਿਆ ਹੋਇਆ ਹੈ, ਆਪਣੋ ਮਨ ਮਲਿੰਦ ਸਮ ਕੀਨੇ। ਉਹ ਆਪਣੇ ਮਨ ਨੂੰ ਭੌਰੇ ਦੇ ਸਮਾਨ ਕਰ ਲੈਂਦੇ ਨੇ। ਜਿਵੇਂ ਭਵਰਾ ਆਉਂਦਾ ਹੈ, ਫੁੱਲ ਤੇ ਬੈਠਦਾ ਤੇ ਉਹਦੇ ਰਸ ਨੂੰ ਮਾਣਦਾ ਹੈ, ਇਸੇ ਤਰ੍ਹਾਂ ਜਿਹੜੇ ਤੁਹਾਡੇ ਪਿਆਰੇ ਨੇ, ਸਿਮਰਨ ਕਰਨ ਵਾਲੇ, ਨਾਮ ਜਪਣ ਵਾਲੇ ਨੇ,
ਉਹਨਾਂ ਦੇ ਹਿਰਦਿਆਂ ਅੰਦਰ ਤੁਹਾਡੇ ਚਰਨਾਂ ਦਾ ਰਸ ਭਰਿਆ ਹੋਇਆ ਹੈ, ਉਹ ਆਪਣੇ ਹਿਰਦੇ ਨੂੰ, ਆਪਣੇ ਮਨ ਨੂੰ ਭੌਰੇ ਦੇ ਸਮਾਨ ਕਰ ਲੈਂਦੇ ਹਨ। ਸੋ ਸੁਖ ਪਾਵੇ ਅਮਿਤ ਵਿਸਾਲਾ। ਉਹ ਵੱਡਾ ਜਿਹੜਾ ਸੁਖ ਹੈ ਉਹ ਪ੍ਰਾਪਤ ਕਰਦੇ ਹਨ। ਵਿਸ਼ਾਲ ਸੁਖ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ। ਤਬ ਨ ਪਰੇ ਤਿਨ ਪਰ ਜਮ ਜਾਲਾ। ਉਹਨਾਂ ਦੇ ਉੱਤੇ ਜਮਾਂ ਦਾ ਜਾਲ ਨਹੀਂ ਪੈਂਦਾ, ਉਹ ਜਮਾਂ ਦੇ ਵਸ ਵਿੱਚ ਨਹੀਂ ਪੈਂਦੇ, ਜਮਾਂ ਦਾ ਦੁੱਖ ਨਹੀਂ ਉਹਨਾਂ ਨੂੰ ਭੋਗਣਾ ਪੈਂਦਾ। ਗੁਰਬਾਣੀ ਵਿੱਚ ਵੀ ਸਾਹਿਬ ਜੀ ਕਹਿੰਦੇ ਨੇ ਨਾ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਧਰਮ ਰਾਜ ਵੀ ਜਮਾਂ ਨੂੰ ਵਰਜਿਤ ਕਰਦੇ, ਕਹਿੰਦੇ ਜਿੱਥੇ ਭਗਤੀ ਕਰਨ ਵਾਲੇ ਨੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਨੇ, ਪਰਮੇਸ਼ਰ ਦਾ ਨਾਮ ਜਪਣ ਵਾਲੇ ਨੇ, ਉਹਨਾਂ ਦੇ ਨੇੜੇ ਮਤਾ ਭੁੱਲ ਕੇ ਨਾ ਚਲੇ ਜਾਇਓ। ਜੇ ਚਲੇ ਗਏ, ਨਾ ਹਾਂ ਨਾ ਤੂੰ ਨਾ ਛੁੱਟੈ, ਨਾ ਮੈਂ ਤੇ ਨਾ ਤੁਸੀਂ ਛੁੱਟ ਸਕੋਗੇ। ਉਹਨਾਂ ਦੇ ਨੇੜੇ ਕਿਤੇ ਭੁੱਲ ਕੇ ਵੀ ਨਾ ਚਲੇ ਜਾਇਓ। ਉਹਨਾਂ ਦੇ ਉੱਤੇ ਜਮ ਦਾ ਜਾਲ ਨਹੀਂ ਪੈਂਦਾ, ਉਹ ਜਮਾਂ ਦਾ ਦੁੱਖ ਨਹੀਂ ਭੋਗਦੇ। ਬਿਨਾ ਪ੍ਰਯਾਸ ਤਰੇ ਸੰਸਾਰੂ। ਉਹ ਬਿਨਾ ਪ੍ਰਯਾਸ, ਬਿਨਾ ਯਤਨ ਕੀਤਿਆਂ ਇਹ ਸੰਸਾਰ ਭਵਜਲ ਸਾਗਰ ਨੂੰ ਤਰ ਜਾਂਦੇ ਨੇ। ਉਹਨਾਂ ਨੂੰ ਕੋਈ ਬਹੁਤਾ ਯਤਨ ਨਹੀਂ ਕਰਨਾ ਪੈਂਦਾ ਭਗਤੀ ਕਰਦੇ ਆ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਉਹ ਜਹਾਜ਼ ਦੇ ਸਮਾਨ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ, ਚੜੇ ਸੋ ਤਰੇ ਪਾਰ, ਚੜੈ ਸੋਤਰੇ ਪਾਰ, ਚੜੈ ਸੋਤਰੇ ਪਾਰ। ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ ਹੈ, ਵਾਹਿਗੁਰੂ ਨਾਮ ਜਹਾਜ ਹੈ। ਚੜ੍ਹੈ ਸੋ ਤਰੇ ਪਾਰ, ਚੜ੍ਹੈ ਸੋ ਤਰੇ ਪਾਰ, ਚੜੈ ਸੋਤਰੇ ਪਾਰ, ਚੜੈ ਸੋਤਰੇ ਪਾਰ। ਉਹਨਾਂ ਨੂੰ ਕੋਈ ਬਹੁਤਾ ਯਤਨ ਨਹੀਂ ਕਰਨਾ ਪੈਂਦਾ ਇਸ ਸੰਸਾਰ ਸਾਗਰ ਨੂੰ, ਭਵਜਲ ਨੂੰ ਤਰਨ ਵਾਸਤੇ ਉਹ ਸਹਿਜੇ ਤਰ ਲੈਂਦੇ ਹਨ। ਅਪਰ ਉਦਾਰੇ ਨਿਜ ਸੰਘਾਰੂ। ਇਸ ਪ੍ਰਕਾਰ ਦੇ ਨਾਲ ਆਪ ਜਿਹੜੇ ਉਹ ਉਧਰਦੇ ਨੇ, ਆਪ ਤਰਦੇ ਨੇ। ਆਪ ਤਰੈ ਲੋਕਾਂ ਨਿਸਤਾਰ, ਉਹ ਆਪ ਵੀ ਤਰ ਜਾਂਦੇ ਨੇ ਤੇ ਆਪਣੇ ਸੰਗ ਨੂੰ ਵੀ ਤਾਰ ਲੈਂਦੇ ਨੇ। ਜਿਹੜੇ ਨਾਮ ਜਪਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਨਾਮ ਜਪਣ ਵਾਲੇ ਸੰਸਾਰ ਸਾਗਰ ਹੈ। ਸੋ ਅਬ ਲਿਹੋ ਪਰਮ ਪਦ ਊਚਾ, ਕੋ ਨੇ ਜਹ ਸੁਰ ਅਸੁਰ ਪਹੁੰਚਾ। ਲਗੇ ਧਰੋ ਤੈਨੂੰ ਅਟਲ ਪਦਵੀ, ਸਾਰਿਆਂ ਤੋਂ ਜਿਹੜੀ ਸਰਬੋਤਮ ਤੇ ਉੱਚੀ ਪਦਵੀ ਉਹ ਤੈਨੂੰ ਪ੍ਰਾਪਤ ਹੋਵੇਗੀ, ਜਿਹਨੂੰ ਅੱਜ ਤੱਕ ਨਾ ਕੋਈ ਦੇਵਤਾ ਤੇ ਨਾ ਕੋਈ ਦੈਂਤ ਪ੍ਰਾਪਤ ਕਰ ਸਕਿਆ। ਉਹ ਉੱਚੀ ਪਦਵੀ ਦਾ ਤੂੰ ਮਾਲਕ ਬਣੇਗਾ, ਉਹ ਤੈਨੂੰ ਪ੍ਰਾਪਤ ਹੋਵੇਗੀ। ਮਾਰ ਤੰਡ ਗ੍ਰਹਿ ਸੋਮ ਨਛਤਰ। ਕਹਿਣ ਲੱਗੇ ਕਿ ਜਿੰਨੇ ਇਹ 9 ਗ੍ਰਹਿ ਨੇ, ਮਾਰਤੰਡ ਸੂਰਜ ਹੈ, ਚੰਦਰਮਾ ਹੈ, ਜਿਹੜੇ ਗ੍ਰਹਿ ਹਨ, ਸਭ ਹੈ ਪ੍ਰਦਛਨ ਕਰੇ ਪਵਿੱਤਰਾ। ਇਹ ਸਾਰੇ ਤੇਰੀ ਪ੍ਰਕਰਮਾ ਕਰਿਆ ਕਰਨਗੇ, ਤੇਰੀ ਪ੍ਰਦਰਸ਼ਨਾ ਕਰਨਗੇ। ਤੈਨੂੰ ਐਨੀ ਉੱਚੀ ਪਦਵੀ ਪ੍ਰਾਪਤ ਹੋਣੀ ਹੈ ਜਿਹੜੀ ਕਦੀ ਕਿਸੇ ਨੂੰ ਪ੍ਰਾਪਤ ਨਹੀਂ ਹੋਈ। ਹੁਣ ਵਰ ਦੇ ਰਹੇ ਨੇ, ਕਹਿਣ ਲੱਗੇ ਉਹ ਪਦਵੀ ਤੂੰ ਪਾਉਣੀ ਆ, ਪ੍ਰਾਪਤ ਕਰਨੀ ਹੈ, ਤੈਨੂੰ ਪ੍ਰਾਪਤ ਹੋਈ ਆ ਭਗਤੀ ਕਰਕੇ। ਜਿਸ ਪਦਵੀ ਨੂੰ ਪਾ ਕੇ 9 ਗ੍ਰਹਿ, ਨਛੱਤਰ, ਸੂਰਜ, ਚੰਦਰਮਾ, ਇਹ ਸਾਰੇ ਤੇਰੀ ਪ੍ਰਕਰਮਾ ਕਰਿਆ ਕਰਨਗੇ। ਤਬ ਪਿਤ ਤਪ ਇਤ ਜਬ ਬਨ ਜਾਈ। ਤੇ ਜਦੋਂ ਤੇਰਾ ਪਿਤਾ ਜੰਗਲ ਦੇ ਵਿੱਚ ਭਗਤੀ ਕਰਨ ਦੇ ਲਈ ਜਾਵੇਗਾ, ਰਾਜ ਸਮਰਪੇ ਤੁਝੇ ਬਨਾਈ। ਤੇ ਸਾਰਾ ਰਾਜ ਭਾਗ ਤੈਨੂੰ ਸੌਂਪ ਕੇ ਜਾਵੇਗਾ। ਜਦੋਂ ਪੁੱਛਿਆ ਸੀ ਨਾ ਮਾਂ ਨੂੰ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ, ਤੇ ਮਾਂ ਨੇ ਕਿਹਾ ਸੀ ਭਗਤੀ ਕਰ, ਪਰਮੇਸ਼ਰ ਦੀ ਬੰਦਗੀ ਕਰ,
ਉਹਦੀ ਭਗਤੀ ਕਰਨ ਦੇ ਨਾਲ, ਉਹਦੀ ਇਬਾਦਤ ਕਰਨ ਦੇ ਨਾਲ ਇਹ ਰਾਜ ਭਾਗ ਮਿਲਦਾ ਹੈ। ਕਹਿਣ ਲੱਗੇ ਉਹ ਰਾਜ ਭਾਗ ਪਿਤਾ ਜਿਹੜਾ ਤੈਨੂੰ ਸੌਂਪ ਕਰਕੇ ਫਿਰ ਜੰਗਲ ਵਿੱਚ ਭਗਤੀ ਕਰਨ ਲਈ ਜਾਵੇਗਾ। 36 ਵਰਖ ਸੈਸ ਕਰ ਰਾਜੂ। ਕਹਿਣ ਲੱਗੇ 36,000 ਵਰਾ ਤੂੰ ਰਾਜ ਕਰੇਗਾ। ਹੁਣ ਵਰ ਦੇ ਰਹੇ ਨੇ 36,000 ਵਰਾ ਤੁਹਾਡਾ ਜਿਹੜਾ ਇਹ ਰਾਜ, ਇੰਨਾ ਲੰਬਾ ਸਮਾਂ ਤੁਸੀਂ ਰਾਜ ਭੋਗੋਗੇ। ਪੁਨ ਪਾਵੋ ਨਿਜ ਪਦ ਸੁਖ ਸਾਜੂ। ਤੇ ਫਿਰ ਇਸ ਪ੍ਰਕਾਰ ਦੇ ਨਾਲ ਜਿਹੜਾ 36,000 ਵਰਾ ਰਾਜ ਭਾਗ ਕਰਕੇ ਫਿਰ ਸੁਖ ਦੀ ਉਹ ਜਿਹੜੀ ਪਦਵੀ ਹੈ ਉਹ ਪ੍ਰਾਪਤ ਉਹਨੂੰ ਮਾਣੋਗੇ। ਉੱਤਮ ਨਾਮ ਤੋਏ ਜੋ ਭਰਾਤਾ। ਤੇ ਜਿਹੜਾ ਉੱਤਮ ਤੁਹਾਡਾ ਭਰਾ ਹੈ, ਮਤਰੇਈ ਮਾਂ ਦਾ ਜਿਹੜਾ ਪੁੱਤਰ, ਉਹਦਾ ਨਾਮ ਉੱਤਮ ਹੈ। ਉਹ ਉੱਤਮ ਜਿਹੜਾ ਤੁਹਾਡਾ ਭਰਾਤਾ ਹੈ, ਸਦਾ ਅਖੇਰ ਬ੍ਰਿਤ ਮੈਂ ਰਾਤਾ। ਉਹ ਸਦਾ ਹੀ ਸ਼ਿਕਾਰ ਕਰਨ ਦੇ ਭਾਵਨਾ ਮਨ ਅੰਦਰ ਰੱਖਦਾ। ਉਹਦੀ ਬਿਰਤੀ ਸਦਾ ਸ਼ਿਕਾਰ ਕਰਨ ਵਾਲੇ ਪਾਸੇ ਰਹਿੰਦੀ ਹੈ। ਸੋ ਬਨ ਮੈਂ ਹੋਵਤ ਹੱਥ ਪ੍ਰਾਨੇ। ਕਹਿਣ ਲੱਗੇ ਉਹ ਜੰਗਲ ਵਿੱਚ ਜਾਵੇਗਾ ਸ਼ਿਕਾਰ ਕਰਨ ਵਾਸਤੇ, ਤੇ ਜੰਗਲ ਵਿੱਚ ਜਾ ਕੇ ਉਹਦੀ ਮੌਤ ਹੋ ਜਾਵੇਗੀ। ਖੋਜਨ ਹਿਤ ਤੈ ਮਾਤ ਪਿਆਨੇ। ਤੇ ਹੁਣ ਆਪਣੇ ਪੁੱਤਰ ਦੀ ਭਾਲ ਕਰਨ ਵਾਸਤੇ ਜਿਹੜੀ ਮਤਰੇਈ ਮਾਂ ਸੀ ਸੁਰੁਚੀ, ਕਹਿਣ ਲੱਗੇ ਉਹ ਆਪਣੇ ਪੁੱਤਰ ਦੀ ਭਾਲ ਕਰਨ ਵਾਸਤੇ ਜਦੋਂ ਜੰਗਲ ਵਿੱਚ ਜਾਵੇਗੀ, ਸੋ ਦਾਵਾ ਅਨਲ ਮੈਂ ਜਰ ਜਾਈ। ਉਹ ਵੀ ਜੰਗਲ ਦੇ ਵਿੱਚ ਦਾਵਾ ਅਗਨੀ ਦੇ ਨਾਲ ਸੜ ਜਾਏਗੀ, ਉਹਦੀ ਵੀ ਮੌਤ ਹੋ ਜਾਵੇਗੀ। ਸਰਬ ਰਾਜ ਤੁਮ ਕਰੋ ਬਨਾਈ। ਤੇ ਸਾਰੇ ਰਾਜ ਭਾਗ ਦੇ ਮਾਲਕ ਤੁਸੀਂ ਹੋਵੋਗੇ। ਚੰਗੀ ਤਰ੍ਹਾਂ ਭਲੇ ਪ੍ਰਕਾਰ ਦੇ ਨਾਲ ਜਿਹੜਾ ਰਾਜ ਭਾਗ ਤੁਸੀਂ ਕਰੋ। ਮਮ ਹਿਤ ਮਖ ਕਰੀਏ ਹਿਤ ਲਾਈ। ਤੇ ਸਾਡਾ ਹਿੱਤ ਰੱਖ ਕੇ, ਸਾਡਾ ਧਿਆਨ ਧਰ ਕੇ, ਸਾਡਾ ਵੱਡਾ ਹਿੱਤ ਜਾਣ ਕੇ ਬਹੁਤ ਵੱਡਾ ਜਗ ਤੁਸੀਂ ਕਰਨਾ ਹੈ। ਸਿਮਰਨ ਕਰੋ ਸਦਾ ਸੁਖ ਪਾਈ। ਤੇ ਸਦਾ ਸਿਮਰਨ ਕਰਦੇ ਰਹਿਣਾ ਹੈ। ਸਿਮਰਨ ਜਿਹੜਾ ਹੈ ਉਹ ਸਦਾ ਕਰਦੇ ਰਹਿਣਾ। ਸਿਮਰਨ ਕਰਦੇ ਆ ਸਦਾ ਹੀ ਵੱਡਾ ਸੁਖ ਪ੍ਰਾਪਤ ਕਰੋਗੇ। ਊਚੋ ਪਦ ਅਸ ਲਿਓ ਬੋਰੀ। ਇਸ ਪ੍ਰਕਾਰ ਦੇ ਨਾਲ ਉੱਚੀ ਪਦਵੀ ਜਿਹੜੇ ਤੁਹਾਨੂੰ ਪ੍ਰਾਪਤ ਹੋਵੇਗੀ। ਜੈ ਕੋ ਬੰਦੇ ਸਭ ਕਰ ਜੋਰੀ। ਜਿਹਨੂੰ ਸਾਰੇ ਬੰਦਨਾ ਕਰਨਗੇ, ਹੱਥ ਜੋੜ ਜੋੜ ਕੇ ਨਮਸਕਾਰਾਂ ਕਰਨਗੇ, ਸਾਰੇ ਬੰਦਨਾ ਕਰਨਗੇ, ਉਹ ਪਦਵੀ ਤੁਹਾਨੂੰ ਪ੍ਰਾਪਤ ਹੋਵੇਗੀ। ਮਮ ਆਇਸ ਗਮਨੋ ਪੁਰਮਾਈ। ਹੁਣ ਸਾਡੀ ਆਗਿਆ ਪਾ ਕੇ ਤੁਸੀਂ ਵਾਪਸ ਆਪਣੇ ਨਗਰ ਘਰ ਨੂੰ ਜਾਣਾ ਕਰੋ। ਮਾਤ ਪਿਤਾ ਹਿਰਦੇ ਬਹੁ ਚਾਈ। ਮਾਤਾ ਪਿਤਾ ਦੇ ਹਿਰਦੇ ਵਿੱਚ ਬਹੁਤ ਵੱਡੀ ਚਾਹਤ ਹੈ, ਤੁਹਾਨੂੰ ਮਿਲਣ ਦੀ ਬੜੀ ਵੱਡੀ ਇੱਛਾ ਹੈ। ਅਸ ਕੈ ਸ਼੍ਰੀ ਭਗਵੰਤ ਗੁਸਾਈ। ਇਸ ਪ੍ਰਕਾਰ ਦੇ ਨਾਲ ਭਗਵੰਤ ਗੁਸਾਈ ਧਰਤੀ ਦੇ ਮਾਲਕ ਭਗਵਾਨ ਨੇ ਬਚਨ ਕਹੇ। ਅੰਤਰ ਧਿਆਨ ਪਏ ਤੈ ਥਾਈ। ਤੇ ਉਸੇ ਵਕਤ ਇਹ ਬਚਨ ਕਹਿ ਕੇ ਇਹ ਵਰ ਦੇ ਕੇ ਉਥੋਂ ਆਲੋਪ ਹੋ ਗਏ। ਜੈ ਕੇ ਦਰਸ਼ਨ ਦੁਖ ਨਸਾਈ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਦੁੱਖ ਨਸ ਜਾਂਦੇ ਹਨ, ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸੇਵੋ ਚਰਨ ਕਵਲ ਹਿਤ ਲਾਈ। ਐਸੇ ਪਰਮੇਸ਼ਰ ਭਗਵਾਨ ਦੇ ਜਿਹੜੇ ਚਰਨ ਹਨ, ਕਵਲਵਤ ਚਰਨ ਹਨ, ਉਹਨਾਂ ਨੂੰ ਹਿੱਤ ਲਾ ਕੇ ਪ੍ਰੇਮ ਦੇ ਸਹਿਤ ਸਰੇਵਨਾ ਕਰੋ। ਦੋਹਰਾ ਸ਼੍ਰੀ ਗੁਰ ਪਗ ਸਾਗਰ ਆਨੰਦ। ਮਨ ਨਿਜ ਮੀਨ ਬਣਾਓ। ਕਵੀ ਸੰਤੋਖ ਸਿੰਘ ਜੀ ਉਸਤਤ ਕਰਦਿਆਂ ਸ੍ਰੀ ਗੁਰੂ ਜੀ ਦੇ ਚਰਨ ਆਨੰਦ ਦੇ ਸਾਗਰ ਹਨ। ਮੈਂ ਆਪਣੇ ਮਨ ਨੂੰ ਉਸ ਸਾਗਰ ਦੇ ਨਾ ਵਿਛੜਨ ਵਾਲੀ ਅਵਿਛੋੜ ਮੱਛੀ ਬਣਾਉਂਦਾ ਹਾਂ। ਕਹੋ ਕਥਾ ਪਾਵਨ ਪਰਮ ਸੁਨ ਸ਼ਰੋਤਾ ਸੁਖ ਪਾਓ। ਇਸ ਪ੍ਰੇਮ ਦਸ਼ਾ ਦੇ ਵਿੱਚ ਮੈਂ ਪਰਮ ਪਵਿੱਤਰ ਕਥਾ ਅੱਗੇ ਹੋਰ ਕਹਿੰਦਾ ਹਾਂ, ਜਿਸ ਨੂੰ ਸੁਣ ਕੇ ਸਰੋਤਾ ਜਨ ਉਹ ਵੱਡਾ ਸੁਖ ਪਾਉਣਗੇ। ਸ਼੍ਰੀ ਬਾਲਾ ਸੰਧੂ ਆਚ ਚੌਪਈ। ਸ਼੍ਰੀ ਅੰਗਦ ਜੀ ਸੁਨ ਇਤਿਹਾਸਾ। ਬਾਲਾ ਸੰਦਰਵਾਜ ਬਾਲਾ ਜੀ ਇਹ ਬਚਨ ਕਰ ਰਹੇ ਨੇ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸਾਰੀ ਕਥਾ ਸ਼ਰਵਣ ਕਰਾ ਰਹੇ ਨੇ। ਸ਼੍ਰੀ ਅੰਗਦ ਜੀ ਸੁਨ ਇਤਿਹਾਸਾ,
ਇਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਇਸ ਪ੍ਰਕਾਰ ਦੇ ਨਾਲ ਉਹ ਸਾਰਾ ਇਤਿਹਾਸ ਸੁਣਨਾ ਕਰੋ। ਮਰਦਾਨੇ ਸੋ ਗੁਰੂ ਪ੍ਰਕਾਸ਼ਾ। ਜਿਵੇਂ ਮਰਦਾਨੇ ਭਾਈ ਮਰਦਾਨੇ ਨੇ ਪੁੱਛਿਆ ਸੀ ਧਰੂ ਜੀ ਦੇ ਬਾਬਤ, ਉਹਨਾਂ ਦੀ ਕਥਾ ਸੁਣਾਓ, ਉਹ ਇਤਿਹਾਸ ਬਾਰੇ ਦੱਸਣਾ ਕਰੋ। ਕਿਵੇਂ ਧਰੂ ਜੀ ਪ੍ਰਗਟ ਹੋਏ, ਭਗਤੀ ਕੀਤੀ, ਰਾਜ ਭਾਗ ਪ੍ਰਾਪਤ ਕੀਤਾ, ਉਹ ਜਿਹੜਾ ਇਤਿਹਾਸ ਸਾਰਾ ਸੁਣਾਉਣਾ ਕੀਤਾ। ਕਹਿਣ ਲਗੇ ਪੁਨ ਦੀਨ ਦਿਆਲਾ। ਤੇ ਫਿਰ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਧਰੁਵਪੁਰ ਕੋ ਗਮਨਿਓ ਤੈ ਕਾਲਾ। ਧਰੂ ਨੇ ਇਹ ਵਰ ਪਾ ਕੇ ਉਸੇ ਵਕਤ ਜਿਹੜਾ ਆਪਣੇ ਨਗਰ, ਆਪਣੇ ਘਰ ਵੱਲ ਨੂੰ ਜਿਹੜਾ ਚਾਲਾ ਪਾ ਦਿੱਤਾ ਹੈ। ਸੁਨਿਓ ਉਤਾਨ ਪਾਦ ਸੁਤ ਆਵਨ। ਹੁਣ ਉਤਾਨ ਪਦ ਜਿਹੜਾ ਰਾਜਾ ਇਹ ਧਰੂ ਦਾ ਪਿਤਾ ਸੀ, ਇਹਨੂੰ ਖਬਰ ਮਿਲੀ, ਇਹਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਧਰੂ ਭਗਤੀ ਕਰਕੇ ਘਰ ਵਾਪਸ ਆ ਰਿਹਾ ਹੈ। ਇਹ ਖਬਰ ਜਦੋਂ ਉਤਾਨਪਦ ਰਾਜੇ ਨੇ ਪੁੱਤਰ ਦੇ ਘਰ ਆਉਣ ਦੀ ਸੁਣੀ ਹੈ, ਅਮਿਤ ਪਇਓ ਮਨ ਮੈਂ ਹਰ ਖਾਵਨ। ਤੇ ਹੁਣ ਬੜਾ ਮਨ ਹੀ ਮਨ ਖੁਸ਼ ਹੋਇਆ, ਹਿਰਦਾ ਦਾ ਬੜਾ ਪ੍ਰਸੰਨ ਹੋਇਆ, ਪੁੱਤਰ ਦੇ ਘਰ ਆਉਣ ਦੀ ਖਬਰ ਸੁਣ ਕੇ ਬੜਾ ਖੁਸ਼ ਹੋਇਆ ਹੈ। ਜਿਨ ਦਿਜਵਰ ਸੁਧ ਆਨ ਸੁਨਾਈ। ਜਿਸ ਪੰਡਤ ਨੇ ਆ ਕੇ ਇਹ ਖਬਰ ਸੁਣਾਈ ਉਤਾਨਪਦ ਰਾਜੇ ਨੂੰ ਕਿ ਤੁਹਾਡਾ ਧਰੂ ਜਿਹੜਾ ਪੁੱਤਰ ਭਗਤੀ ਕਰਨ ਵਾਸਤੇ ਮਧੂਬਨ ਜੰਗਲ ਵਿੱਚ ਗਿਆ ਸੀ, ਉਹ ਜੰਗਲ ਵਿੱਚੋਂ ਭਗਤੀ ਕਰਕੇ ਘਰ ਵਾਪਸ ਆ ਰਿਹਾ ਹੈ, ਇਹ ਪੰਡਤ ਨੇ ਜਿਸ ਨੇ ਸਾਰੀ ਖਬਰ ਸੁਣਾਈ ਸੀ, ਪਟ ਭੂਖਨ ਰਥ ਦੀਨ ਬਨਾਈ। ਉਹ ਪੰਡਤ ਦਾ ਬੜਾ ਸਤਿਕਾਰ ਕੀਤਾ ਉਤਾਨਪਦ ਰਾਜੇ ਨੇ। ਉਹਨੂੰ ਬਹੁਤ ਸਾਰੇ ਗਹਿਣੇ ਦਿੱਤੇ, ਰੇਸ਼ਮੀ ਵਸਤਰ ਦਿੱਤੇ, ਸੋਨਾ ਰਥ ਜਿਹੜਾ ਉਹ ਬਣਾ ਕੇ ਦਿੱਤਾ ਹੈ। ਤਬ ਭਵਾਲ ਤੈ ਲੈ ਕਰ ਸੰਗਾ। ਹੁਣ ਰਾਜੇ ਨੇ ਇਹ ਪੰਡਤ ਨੂੰ ਵੀ ਨਾਲ ਲਿਆ, ਨਾਲ ਲੈ ਕਰਕੇ ਗਮਨਿਓ ਆਗੇ ਸਹਿਤਿਓ ਮੰਗਾ। ਆਪਣੇ ਪੁੱਤਰ ਨੂੰ ਅੱਗੋਂ ਲੈਣ ਵਾਸਤੇ ਪਹੁੰਚਿਆ ਰਾਜਾ। ਪੰਡਤ ਨੂੰ ਨਾਲ ਲਿਆ, ਆਪਣੇ ਜੀਰ ਮੰਤਰੀ ਹੋਰ ਲੋਕਾਂ ਨੂੰ ਨਾਲ ਲੈ ਕੇ ਅੱਗੋਂ ਜਾ ਕੇ ਪੁੱਤਰ ਨੂੰ ਲੈਣ ਵਾਸਤੇ ਅੱਗੇ ਚੱਲ ਕੇ ਗਿਆ ਹੈ। ਦੁੰਦਪ ਬੇਣਾ ਫੇਰ ਬਜਾਈ। ਤੂਤੀਆਂ ਤੇ ਭੇਰੀਆਂ ਜਿਹੜੀਆਂ ਹਨ ਉਹ ਵਜਾਈਆਂ ਗਈਆਂ ਹਨ। ਵੇਦ ਪਾਠ ਤਿਜ ਕਰਤ ਸੁਹਾਈ। ਤੇ ਪੰਡਤ ਨੇ ਵੇਦਾਂ ਦੇ ਮੰਤਰ ਪੜ੍ਹੇ ਹਨ, ਵੇਦਾਂ ਦਾ ਪਾਠ ਕੀਤਾ ਹੈ। ਸਰੁਚੀ ਸੁਨੀਤੀ ਯੁਗ ਨ੍ਰਿਪ ਨਾਰੀ। ਸੁਰਚੇ ਤੇ ਸੁਨੇਤੇ ਇਹ ਦੋਵੇਂ ਜਿਹੜੀਆਂ ਮਾਤਾਵਾਂ ਸਨ। ਸੇਵਕਾ ਪਰ ਚੜ ਚਲੀ ਅਗਾਰੀ। ਹੋਰ ਵੀ ਨਾਲ ਸਹੇਲੀਆਂ ਨੂੰ ਲੈ ਕਰਕੇ, ਦਾਸੀਆਂ ਨੂੰ ਨਾਲ ਲੈ ਕਰਕੇ ਪਾਲਕੀਆਂ ਤੇ ਸਵਾਰ ਹੋ ਕੇ ਆਈਆਂ ਹਨ। ਨ੍ਰਿਪ ਸੁਤੇ ਉੱਤਮ ਲੋਕ ਵਿਸਾਲਾ। ਨ੍ਰਿਪ ਸੁਤ ਉੱਤਮ ਜਿਹੜਾ ਰਾਜੇ ਦਾ ਪੁੱਤਰ ਸੀ ਉਤਮ, ਉਹ ਵੀ ਨਾਲ ਹੋਰ ਬਹੁਤ ਸਾਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਇਆ ਹੈ। ਗਏ ਲੀਨ ਇਤ ਸਭ ਤਤਕਾਲਾ। ਉਸੇ ਵਕਤ ਜਦੋਂ ਖਬਰ ਸੁਣੀ ਹੈ ਧਰੂ ਦੇ ਆਉਣ ਦੇ, ਉਸੇ ਵਕਤ ਤਿਆਰੀਆਂ ਕਰ ਲੀਆਂ, ਸਾਰੇ ਬੜਾ ਹਿੱਤ ਧਾਰ ਕੇ ਅੱਗੋਂ ਲੈਣ ਵਾਸਤੇ ਆਏ ਹਨ। ਪਿਖਿਓ ਉਤਾਨ ਪਾਦ ਸੁਤ ਬਦਨਾ। ਤੇ ਜਦੋਂ ਅੱਗੋਂ ਲੈਣ ਵਾਸਤੇ ਆਏ ਤੇ ਉਧਰੋਂ ਧਰੂ ਜੀ ਤੁਰੇ ਆ ਰਹੇ ਨੇ, ਤੇ ਆਪਣੇ ਪੁੱਤਰ ਦਾ ਜਿਹੜਾ ਮੁਖ ਹੈ ਉਹ ਉਤਾਨਪਦ ਰਾਜੇ ਨੂੰ ਨਜ਼ਰ ਆਇਆ। ਕਮਲ ਪ੍ਰਫੁੱਲਿਤ ਜਿਉ ਸੁਖ ਸਦਨਾ। ਤੇ ਮਾਨੋ ਕਮਲਵਤ ਜਿਹੜਾ ਖਿੜਿਆ ਹੋਇਆ ਮੁਖ ਪੁੱਤਰ ਦਾ ਨਜ਼ਰ ਆਇਆ ਹੈ, ਜਿਹੜਾ ਸੁਖ ਦੇ ਸਹਿਤ ਹੈ, ਸੁਖ ਦਾ ਘਰ ਹੈ। ਤੈ ਛਿਨ ਰਥ ਤੇ ਉਤਰ ਤੁਰੰਤਾ। ਉਹ ਪੁੱਤਰ ਨੇੜੇ ਪਹੁੰਚਿਆ ਤੇ ਉਤਾਨਪਦ ਰਾਜੇ ਨੇ ਉਸੇ ਵੇਲੇ ਆਪਣਾ ਰਥ ਜਿਹੜਾ ਸੀ ਉਹ ਤਿਆਗ ਦਿੱਤਾ, ਰਥ ਛੱਡ ਦਿੱਤਾ, ਰਥ ਤੋਂ ਨੀਚੇ ਉਤਰ ਆਇਆ ਹੈ। ਬੰਦਤ ਬਰ ਲਾਇਓ ਮਤਵੰਤਾ। ਬੰਦਨਾ ਕੀਤੀ ਹੈ ਤੇ ਮਤਵੰਤਾ ਸਿਆਣੇ ਪੁੱਤਰ ਨੂੰ ਆਪਣੇ ਗਲ ਦੇ ਨਾਲ ਲਾਉਣਾ ਕੀਤਾ। ਬੇਬਲ ਹੋਏ ਉਤਕੰਠਾ ਪੂਰੀ। ਹੁਣ ਰਾਜਾ ਬੜਾ ਵਿਆਕੁਲ ਹੋਇਆ, ਬਹੁਤ ਲੰਬੇ ਸਮੇਂ ਬਾਅਦ ਪੁੱਤਰ ਦਾ ਮਿਲਾਪ ਹੋਇਆ। ਪੁੱਤਰ ਦੇ ਵਿਛੋੜੇ ਕਾਰਨ ਮਨ ਬੜਾ ਵਿਆਕੁਲ ਸੀ, ਤੇ ਜਿੱਥੇ ਮਨ ਵਿਆਕੁਲ ਸੀ ਉੱਥੇ ਪੁੱਤਰ ਦੇ ਆਉਣ ਦੀ ਖੁਸ਼ੀ ਸੀ, ਰਾਜੇ ਦਾ ਜਿਹੜਾ ਗੱਚ ਸੀ ਉਹ ਭਰ ਆਇਆ। ਕੀਨ ਅਲਿੰਗਨ ਗਰ ਰਹਿ ਪੂਰੀ। ਇਸ ਪ੍ਰਕਾਰ ਦੇ ਨਾਲ ਪੁੱਤਰ ਨੂੰ ਗਲ ਲਾ ਕੇ ਘੁੱਟ ਕੇ ਗਲਵਕੜੀ ਵਿੱਚ ਲਿਆ, ਜੱਫੀ ਪਾਈ ਹੈ। ਮਸਤਕ ਚੂਮਤ ਕਰ ਕੋ ਫੇਰਤ। ਨਾਲੇ
ਧਰੂ ਦੇ ਸਿਰ ਤੇ ਹੱਥ ਫੇਰਦੇ ਨੇ, ਨਾਲੇ ਪੁੱਤਰ ਦਾ ਮੱਥਾ ਚੁੰਮਦੇ ਹਨ। ਲੋਚਨ ਤੇ ਆਂਸੁਨ ਕੋ ਗੇਰਤ। ਅੱਖਾਂ ਦੇ ਵਿੱਚੋਂ ਵੈਰਾਗ ਮਨ ਅੰਦਰ ਆ ਗਿਆ, ਗੱਚ ਭਰ ਆਇਆ, ਪੁੱਤਰ ਦਾ ਮਿਲਾਪ ਹੋਇਆ ਹੈ, ਤੇ ਨੇਤਰਾਂ ਵਿੱਚੋਂ ਆਪ ਮੁਹਾਰੇ ਜਿਹੜਾ ਜਲ ਉਹ ਵਹਿ ਤੁਰਿਆ, ਹੰਝੂ ਵਹਿ ਤੁਰੇ ਹਨ। 300 ਸੁਤ ਕੋ ਮਨੋ ਨਵਾਨਾ। ਮਾਨੋ ਪੁੱਤਰ ਨੂੰ ਆਪਣੇ ਨੇਤਰਾਂ ਦੇ ਹੰਝੂਆਂ ਦੇ ਜਲ ਦੇ ਨਾਲ ਨਿਵਾਰਿਆ ਹੋਵੇ ਰਾਜਾ। ਇੰਨਾ ਪਿਆਰ ਹਿਰਦੇ ਵਿੱਚ, ਬਹੁਤ ਲੰਬੇ ਸਮੇਂ ਬਾਅਦ ਮਿਲਾਪ ਹੋਇਆ, ਇੰਨਾ ਵੈਰਾਗ ਮਨ ਵਿੱਚ ਆ ਗਿਆ, ਪਿਆਰ ਨਾਲ ਹਿਰਦਾ ਭਰ ਗਿਆ, ਤੇ ਮਾਨੋ ਜਿਵੇਂ ਆਪਣੇ ਨੇਤਰਾਂ ਦੇ ਜਲ ਨਾਲ ਪੁੱਤਰ ਨੂੰ ਨਿਹਾਰਿਆ ਹੋਵੇ। ਮధుਰ ਬਚਨ ਕਹਿ ਬੋ ਸਨਮਾਨਾ। ਤੇ ਮਧੁਰ ਬਚਨ, ਬੜੇ ਮਿੱਠੇ ਬਚਨ ਕਹਿ ਕੇ, ਬੜੇ ਮਿੱਠੇ ਬੋਲ ਬੋਲ ਕੇ ਪੁੱਤਰ ਦਾ ਸਨਮਾਨ ਕੀਤਾ ਹੈ। ਪੁਨ ਦੋ ਮਾਤ ਮਿਲੀ ਤੇ ਆਈ। ਫਿਰ ਦੋਵੇਂ ਮਾਤਾਵਾਂ ਜਿਹੜੀਆਂ ਉਹ ਪੁੱਤਰ ਨੂੰ ਆਣ ਕੇ ਮਿਲੀਆਂ ਹਨ। ਧਰੁਵ ਬੰਧਨ ਕੀਨੀ ਸਿਰ ਨਿਆਈ। ਤੇ ਹੁਣ ਮਾਤਾਵਾਂ ਨੂੰ ਵੇਖ ਕਰਕੇ ਧਰੂ ਜੀ ਨੇ ਆਪਣਾ ਸਿਰ ਨਵਾਇਆ, ਸਤਿਕਾਰ ਕੀਤਾ ਮਾਤਾਵਾਂ ਦਾ, ਬੰਦਨਾ ਕੀਤੀ ਹੈ, ਸਿਰ ਨਵਾਉਣਾ ਕੀਤਾ ਹੈ। ਚਿਰੰਜੀਵ ਦੇ ਆਸ਼ਿਕ ਤਬਈ। ਹੁਣ ਅਸੀਸ ਦਿੱਤੀ ਆ ਮਾਤਾਵਾਂ ਨੇ, ਤੁਹਾਡੀ ਲੰਬੀ ਉਮਰ ਹੋਵੇ, ਲੰਬੀ ਉਮਰ ਭੋਗੋ, ਇਹ ਲੰਬੀ ਉਮਰ ਦੀ ਅਸੀਸ ਦਿੱਤੀ ਹੈ। ਘਰ ਸੋਂ ਲਾਏ ਪਾਏ ਸੁਖ ਤਬਈ। ਤੇ ਆਪਣੇ ਗਲ ਦੇ ਨਾਲ ਲਾ ਕੇ ਪੁੱਤਰ ਨੂੰ ਬੜਾ ਸੁਖ ਪ੍ਰਾਪਤ ਕੀਤਾ ਹੈ। ਉੱਤਮ ਭਰਾਤ ਮਿਲਿਓ ਤਬ ਘਰ ਸੋਂ। ਤੇ ਹੁਣ ਜਿਹੜਾ ਉੱਤਮ ਭਰਾ ਸੀ, ਮਤਰੇਈ ਮਾਂ ਦਾ ਜਿਹੜਾ ਪੁੱਤਰ ਸੀ, ਉਹ ਵੀ ਬੜੇ ਪ੍ਰੇਮ ਦੇ ਨਾਲ, ਹਿੱਤ ਦੇ ਨਾਲ ਆਪਣੇ ਭਰਾ ਨੂੰ ਮਿਲਿਆ, ਗੱਲ ਲੱਗ ਕੇ ਦੋਵੇਂ ਭਰਾ ਮਿਲੇ ਹਨ। ਪ੍ਰੇਮ ਵਿਸਾਲ ਭਰਿਓ ਸ਼ੁਭ ਉਰਸੋਂ। ਦੋਵਾਂ ਪਾਸਿਆਂ ਤੋਂ ਬੜਾ ਹਿਰਦਿਆਂ ਦੇ ਵਿੱਚ ਪ੍ਰੇਮ ਭਰਿਆ ਹੈ, ਹਿਰਦੇ ਪ੍ਰੇਮ ਨਾਲ ਭਰੇ ਹੋਏ ਦੋਵੇਂ ਭਰਾ ਮਿਲ ਰਹੇ ਹਨ। ਪਰਨੀ ਪਰ ਚੜਾਏ ਸੁਤ ਦੋਈ। ਤੇ ਦੋਵਾਂ ਪੁੱਤਰਾਂ ਨੂੰ ਉਤਾਨ ਪਦ ਰਾਜੇ ਨੇ ਹਥਨੀ ਦੇ ਉੱਪਰ ਚੜਾਉਣਾ ਕੀਤਾ। ਪੁਰ ਆਇਓ ਅਤ ਉਤਸਵ ਹੋਈ। ਤੇ ਪੁੱਤਰਾਂ ਨੂੰ ਚੜਾ ਕੇ ਸ਼ਹਿਰ ਵਿੱਚ ਲਿਆਂਦਾ, ਘਰ ਲੈ ਕੇ ਆਏ, ਬੜੇ ਉਤਸਵ, ਖੁਸ਼ੀ ਦੇ ਉਤਸਵ ਕੀਤੇ ਗਏ। ਭੂਪਤ ਪਟ ਨਰ ਉਚਰੇ ਬਚਨਾ। ਹੁਣ ਰਾਜੇ ਨੇ ਜਿਹੜੇ ਵੀ ਲੋਕ ਸਨ ਸ਼ਹਿਰ ਦੇ, ਉਹ ਸਾਰਿਆਂ ਨੂੰ ਇਹ ਹੁਕਮ ਸੁਣਾ ਦਿੱਤਾ, ਸਾਰਿਆਂ ਦਾ ਹੁਕਮ ਭੇਜਿਆ ਹੈ। ਦਰ ਦਰ ਪ੍ਰਤ ਕੀ ਜੇ ਸੁਠ ਰਚਨਾ। ਕਹਿਣ ਲੱਗਾ ਆਪਣੇ ਦਰਵਾਜ਼ਿਆਂ ਦੇ ਉੱਤੇ ਕੇਲਿਆਂ ਦੇ ਜਿਹੜੇ ਪੱਤੇ ਤੇ ਜਿਹੜੇ ਕੇਲੇ ਹਨ, ਉਹਨਾਂ ਦੇ ਦਰਵਾਜ਼ੇ ਬਣਾਏ ਜਾਣ। ਸਭ ਇਨ ਕਦਲੀ ਖੰਭ ਲਗਾਏ। ਇਸ ਪ੍ਰਕਾਰ ਦੇ ਨਾਲ ਜਦੋਂ ਰਾਜੇ ਨੇ ਕਿਹਾ, ਉਹ ਤਾਨਪਦ ਰਾਜੇ ਨੇ ਕਿ ਆਪਣੇ ਘਰ ਸ਼ਿੰਗਾਰੇ ਜਾਣ, ਘਰਾਂ ਦੀ ਸਜਾਵਟ ਕੀਤੀ ਜਾਵੇ, ਤੇ ਸਾਰਿਆਂ ਨੇ ਜਿਹੜੇ ਕੇਲੇ ਦੇ ਖੰਭੇ ਸਨ ਉਹ ਲਾਏ ਹਨ ਦਰਵਾਜ਼ਿਆਂ ਤੇ। ਮੁਕਤਾ ਤੋਰਨ ਦਰ ਬੰਦਵਾਏ। ਮੋਤੀਆਂ ਦੀਆਂ ਡੋਰਾਂ ਉਹਨਾਂ ਦੇ ਨਾਲ ਬੰਨੀਆਂ ਗਈਆਂ ਹਨ। ਕੁੰਕਮ ਲੀਪ ਕੁੰਭ ਪਰ ਪਾਣੀ। ਤੇ ਜਿਹੜਾ ਕੁੰਕਮ ਚੰਦਨ ਕੇਸਰ ਦਾ ਜਿਹੜਾ ਲੇਪ ਹੈ ਉਹ ਕੀਤਾ ਗਿਆ, ਘੜੇ ਪਾਣੀ ਦੇ ਭਰ ਕੇ ਰੱਖੇ ਗਏ ਹਨ। ਚੰਦਨ ਗੰਧ ਗਰੀ ਛਿਰਕਾਨੀ। ਗਲੀਆਂ ਦੇ ਵਿੱਚ ਚੰਦਨ ਦਾ ਛਿੜਕਾਅ ਕੀਤਾ ਗਿਆ ਹੈ। ਕੰਚਨ ਥਾਰ ਬਾਰ ਵਿੱਚ ਦੀਪਾ। ਸੋਨੇ ਦੇ ਥਾਲਾਂ ਦੇ ਵਿੱਚ ਜਿਹੜੇ ਦੀਵੇ ਹਨ ਉਹ ਜਲਾ ਕੇ ਰੱਖੇ ਗਏ ਹਨ। ਦਵਾਰ ਦਿਖਾਏ ਖਰੀ ਅਵਨੀਪਾ। ਬਹੁਤ ਸਾਰੀਆਂ ਇਸਤਰੀਆਂ ਰਾਜੇ ਦੇ ਮਹਿਲ ਨੂੰ ਦਿਖਾਉਣ ਵਾਸਤੇ, ਦਰਵਾਜ਼ਾ ਦਿਖਾਉਣ ਵਾਸਤੇ ਸੋਨੇ ਦੇ ਥਾਲਾਂ ਦੇ ਵਿੱਚ ਦੀਵੇ ਜਗਾ ਕਰਕੇ ਰੋਸ਼ਨੀ ਨੂੰ ਕਰਨ ਵਾਸਤੇ ਉਹ ਥਾਲ ਫੜੇ ਨੇ ਹੱਥ ਵਿੱਚ ਲੈ ਕੇ, ਬਹੁਤ ਇਸਤਰੀਆਂ ਖੜੀਆਂ ਹਨ। ਗਾਵੇਂ ਗੀਤ ਮਿਲੀ ਪਿਕ ਬੈਨੀ। ਤੇ ਸਾਰੀਆਂ ਕੋਇਲ ਦੀ ਨਿਆਈ ਮਧੁਰ ਆਵਾਜ਼, ਮਿੱਠੀ ਆਵਾਜ਼ ਦੇ ਵਿੱਚ ਸੋਹਣੇ ਸੋਹਣੇ ਗੀਤ ਗਾ ਰਹੀਆਂ ਹਨ। ਪਾਤ ਪਾਤ ਕੇ ਖੰਜਨ ਨੈਣੀ। ਜਿਨ੍ਹਾਂ ਦੇ ਬੜੇ ਸੋਹਣੇ ਸੁੰਦਰ ਸਾਰਿਆਂ ਦੇ ਨੈਣ ਹਨ। ਸੁਨਤ ਉਤਾਨ ਪਾਦ ਗ੍ਰਹਿ ਗਵਨਾ। ਤੇ ਸੁਣ ਕਰਕੇ ਸਾਰੇ ਜਦੋਂ ਖੁਸ਼ੀ ਦੇ ਉਤਸਵ ਹੋ ਰਹੇ ਨੇ, ਮੰਗਲ ਗਾਏ ਜਾ ਰਹੇ ਨੇ, ਉਤਾਨ ਪਦ ਰਾਜਾ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਕੰਚਨ ਮਨ ਜਟਤੀ ਜੈ ਰਵਨਾ। ਤੇ ਜਿੱਥੇ ਸੋਨਾ ਆਦਿਕ ਪਿਆ ਸੀ, ਜਿਹੜੇ ਬੜੇ ਸੋਨੇ ਦੇ ਜੜਾ, ਜਿਹੜੇ ਸੋਹਣੀਆਂ ਮਣੀਆਂ ਜੜੀਆਂ ਹੋਈਆਂ, ਜਿਹੜਾ ਉਹ ਥਾਂ ਸੀ,
ਬੀਚ ਬਿਤਾਨ ਤਨਿਓ ਤੈ ਭਲਸਾ। ਤੇ ਜਿੱਥੇ ਬੜੇ ਸੋਹਣੇ ਜਿਹੜੇ ਸਨ ਬਲੌਰ ਦੇ ਨਾਲ ਬਲੌਰ ਜੜੇ ਹੋਏ ਬੜੇ ਸੋਹਣੇ ਸੁੰਦਰ ਸੋਨੇ ਦੇ ਮਣੀਆਂ ਦੇ ਜੜਾਊ ਜਿੱਥੇ ਸਜਾਵਟ ਕੀਤੀ ਗਈ ਉਹ ਸੀ, ਉਹਨਾਂ ਦੇ ਵਿਚਕਾਰ ਇੱਕ ਬੜਾ ਸੋਹਣਾ ਸੁੰਦਰ ਛੋਟਾ ਜਿਹਾ ਚੰਦੋਆ ਤਾਣਿਆ ਗਿਆ। ਤੈ ਠਾਂ ਬੈਠ ਤਬੇ ਭੁਪਾਲਾ। ਤੇ ਹੁਣ ਉੱਥੇ ਉਤਾਨ ਪਦ ਰਾਜਾ ਆਪਣਾ ਆਸਨ ਲਾ ਕੇ ਬੈਠਿਆ ਹੈ। ਜਿੱਥੇ ਜਈ ਸੁੰਦਰ ਸ਼ੋਭਾ ਸੋਹਣੀ ਸਜਾਵਟ ਕੀਤੀ ਗਈ ਸੀ, ਜਿੱਥੇ ਚੰਦੋਆ ਤਣਿਆ ਹੋਇਆ ਸੀ, ਉੱਥੇ ਰਾਜੇ ਨੇ ਆਪਣਾ ਆਸਨ ਲਾਇਆ ਹੈ। ਸੁਤੈ ਬਿਲੋਕਿਓ ਸੁਮਤ ਬਿਸਾਲਾ। ਤੇ ਜਿਹੜਾ ਸੁਮਤ ਬੜਾ ਸਿਆਣਾ ਪੁੱਤਰ ਸੀ ਧਰੂ ਉਤਾਨਪਦ ਰਾਜੇ ਦਾ, ਉਤਾਨਪਦ ਰਾਜੇ ਨੇ ਆਪਣੇ ਉਸ ਸਿਆਣੇ ਪੁੱਤਰ ਨੂੰ ਉਸ ਆਸਣ ਤੇ ਬੈਠ ਕਰਕੇ ਤੱਕਿਆ ਨਿਹਾਰਿਆ ਹੈ। ਕਰ ਉਤਸ਼ਾਹ ਦੀਨ ਸਭ ਰਾਜੂ। ਤੇ ਹੁਣ ਬੜੇ ਉਤਸ਼ਾਹ ਦੇ ਨਾਲ ਜਿੰਨੇ ਵੀ ਲੋਕ ਉੱਥੇ ਇਕੱਠੇ ਹੋਏ, ਜਿੰਨੇ ਲੋਕ ਚੱਲ ਕੇ ਆਏ, ਸਾਰਿਆਂ ਦੇ ਵਿੱਚ ਸੁਣਾ ਕੇ ਬੜੇ ਉਤਸ਼ਾਹ ਦੇ ਨਾਲ ਜਿੰਨਾ ਰਾਜ ਭਾਗ ਸੀ ਉਹ ਸਾਰਾ ਰਾਜ ਭਾਗ ਧਰੂ ਨੂੰ ਸੌਂਪ ਦਿੱਤਾ ਹੈ। ਪ੍ਰਜਾ ਮਿਲਾਈ ਸਰਬ ਸਮਾਜੋ। ਪ੍ਰਜਾ ਨੂੰ ਮਿਲਾਉਣਾ ਕੀਤਾ ਤੇ ਸਰਬ ਸਮਾਜ ਜਿਹੜਾ ਸੀ ਸਾਜੋ ਸਮਾਨ ਸਾਰੇ ਪ੍ਰਜਾ ਉਹ ਸੌਂਪ ਦਿੱਤੀ ਆ ਧਰੂ ਭਗਤ ਜੀ ਦੇ, ਇਹਨਾਂ ਦੇ ਹਵਾਲੇ ਕਰ ਦਿੱਤੀ, ਰਾਜਾ ਬਣਾ ਦਿੱਤਾ ਹੈ। ਆਪਣੀ ਬੈਸ ਬ੍ਰਿਧ ਕੋ ਦੇਖੀ। ਤੇ ਹੁਣ ਆਪਣੀ ਜਿਹੜੀ ਉਮਰ ਹੈ ਉਹ ਬਜ਼ੁਰਗੀ ਵਾਲੀ ਅਵਸਥਾ ਆਪਣੇ ਜਦੋਂ ਜਾਣੀ ਹੈ। ਗਮਨਿਓ ਤਪ ਇਤ ਬਨੇ ਵਿਸ਼ੇਖੀ। ਤੇ ਹੁਣ ਤਪ ਕਰਨ ਦੇ ਲਈ ਰਾਜਾ ਉਤਾਨਪਦ ਇਹਨੇ ਜੰਗਲ ਵੱਲ ਨੂੰ ਚਾਲਾ ਪਾ ਦਿੱਤਾ। ਹੁਣ ਤਪ ਕਰਨ ਦਾ ਮੇਰਾ ਸਮਾਂ ਹੈ। ਪਾਛੇ ਰਾਜ ਕਰਨ ਧਰੁਵ ਲਾਗਾ। ਹੁਣ ਉਤਾਨਪਦ ਰਾਜਾ ਜਦੋਂ ਰਾਜ ਭਾਗ ਸੌਂਪ ਕੇ ਧਰੂ ਨੂੰ ਆਪਣੇ ਪੁੱਤਰ ਨੂੰ ਤਪ ਕਰਨ ਲਈ ਜੰਗਲ ਵੱਲ ਚਲਾ ਗਿਆ ਤੇ ਧਰੂ ਜੀ ਨੇ ਹੁਣ ਰਾਜ ਭਾਗ ਸੰਭਾਲਿਆ, ਰਾਜ ਕਰਨ ਲੱਗੇ ਹਨ। ਜੋ ਸ਼੍ਰੀ ਵਿਸ਼ਨ ਭਗਤ ਵੱਡ ਭਾਗਾ। ਜੋ ਵਿਸ਼ਨੂੰ ਦੇ ਵੱਡੇ ਭਗਤ ਸਨ ਉਹ ਰਾਜ ਭਾਗ ਦੇ ਹੁਣ ਮਾਲਕ ਬਣੇ, ਰਾਜ ਭਾਗ ਜਿਹੜਾ ਉਹ ਸੰਭਾਲਿਆ ਹੈ। ਕਿਵੇਂ ਰਾਜ ਭਾਗ ਦੇ ਵਿੱਚ ਪ੍ਰਜਾ ਨੂੰ ਸੁਖ ਦਿੰਦੇ ਨੇ, ਕਿਵੇਂ ਉੱਤਮ ਜਿਹੜਾ ਇਹਦਾ ਭਰਾਤਾ ਹੈ ਧਰੂ ਜੀ ਦਾ, ਜੰਗਲ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਜੱਸ਼ਾਂ ਨਾਲ ਜੰਗ ਕਰਦੇ ਆ, ਫਿਰ ਜੱਸ਼ਾਂ ਨਾਲ ਜਾ ਕੇ ਲੜਾਈ ਕਰਦੇ ਨੇ। ਆਪ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਪਾਵਨ ਸ੍ਰੇਸ਼ਟ ਸੁਜਸ ਵਰਣਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ